ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਕਰ ਰਹੇ ਸੀਗੇ ਕੋਲਡ ਵਾਰ। ਤਾਂ ਕੱਲ੍ਹ ਆਪਾਂ ਕੀਤੇ ਸੀ ਕਿ ਜਿਹੜਾ ਇਹ ਸ਼ੀਤ ਯੁੱਧ ਕੋਲਡ ਵਾਰ ਹੈ ਉਸ ਦੇ ਸ਼ੀਤ ਯੁੱਧ ਦੇ ਕੀ ਕਾਰਨ ਸੀਗੇ। ਤਾਂ ਆਪਾਂ ਕੀਤਾ ਸੀ ਕਿ ਜਿਹੜਾ ਇਹ ਕੋਲਡ ਵਾਰ ਹੈ ਇਹ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ ਖੇਡਿਆ ਜਾਂਦਾ, ਸਗੋਂ ਇਹ ਜਿਹੜਾ ਹੈ ਉਹ ਮਨੁੱਖ ਦੇ ਦਿਮਾਗਾਂ ਦੀ ਆਪਸੀ ਲੜਾਈ ਹੈ। ਤਾਂ ਇਸ ਕੋਲਡ ਵਾਰ ਦੇ ਵਿੱਚ ਜਿਹੜੇ ਦੋ ਗੁੱਟ ਨੇ, ਇੱਕ ਸੋਵੀਅਤ ਸੰਘ ਅਤੇ ਨੈਕਸਟ ਹੈਗਾ ਸੰਯੁਕਤ ਰਾਜ ਅਮਰੀਕਾ। ਤਾਂ ਇਹ ਦੋਨੇ ਨੇ ਜਿਹੜੇ ਇਸ ਸ਼ੀਤ ਯੁੱਧ ਦੇ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਤਾਂ ਇਸ ਦੇ ਆਪਾਂ ਕਾਰਨ ਕੀਤੇ ਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਆਪਸ ਦੇ ਵਿੱਚ ਵਿਸ਼ਵਾਸ ਜਾਂ ਉਹਨਾਂ ਦੀਆਂ ਵਿਚਾਰਧਾਰਾਵਾਂ ਅਲੱਗ ਨੇ, ਜਿਸ ਕਾਰਨ ਉਹ ਇੱਕ ਦੂਜੇ ਦੇ ਵਿਰੁੱਧ ਆਪਣੀ ਸ਼ਕਤੀ ਨੂੰ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਨੇ। ਤਾਂ ਆਪਾਂ ਸਭ ਤੋਂ ਪਹਿਲਾਂ ਕਰਨਾ ਹੈ ਕੁਝ ਧਾਰਨਾਵਾਂ ਦੇ ਆਧਾਰ 'ਤੇ। ਤਾਂ ਕਹਿੰਦੇ ਜਿਹੜਾ ਇਹ ਕੋਲਡ ਵਾਰ ਹੈ ਉਹ 1945 ਤੋਂ ਲੈ ਕੇ 1991 ਤੱਕ ਜਿਹੜਾ ਨਿਰੰਤਰ ਜਾਰੀ ਰਹਿੰਦਾ ਹੈ। ਤਾਂ ਇਸ ਯੁੱਧ ਦੀ ਜਿਹੜੀ ਪਹਿਲੀ ਧਾਰਨਾ ਇਹ ਹੈ ਕਿ ਵਿਸ਼ਵ ਯੁੱਧ ਸ਼ਾਂਤੀ ਨੂੰ ਅਸਲੀ ਖਤਰਾ ਜਿਹੜਾ ਸੋਵੀਅਤ ਸੰਘ ਤੋਂ ਸੀ, ਅਤੇ ਇਸ ਕਾਰਨ ਜਿਹੜਾ ਸੰਯੁਕਤ ਰਾਜ ਅਮਰੀਕਾ ਹੈ ਉਹ ਸੋਵੀਅਤ ਸੰਘ ਦੇ ਵਿਰੁੱਧ ਆਪਣੀ ਸ਼ਕਤੀ ਵਧਾਉਣ ਦੇ ਵਿੱਚ ਲਗਾਤਾਰ ਲੱਗਿਆ ਰਹਿੰਦਾ। ਭਾਵੇਂ ਕਿ ਜਿਹੜਾ ਆਪਣਾ ਦੂਸਰਾ ਵਿਸ਼ਵ ਯੁੱਧ ਲੱਗਦਾ ਤਾਂ ਉਸ ਦੇ ਵਿੱਚ ਸੋਵੀਅਤ ਸੰਘ ਦੀ ਜਿਹੜੀ ਕਾਫੀ ਸ਼ਕਤੀ ਹੈ, ਸੈਨਿਕ ਸ਼ਕਤੀ ਉਸ ਦਾ ਕਾਫੀ ਅੰਤ ਹੋ ਜਾਂਦਾ ਹੈ, ਪਰ ਫਿਰ ਵੀ ਜਿਹੜਾ ਅਮਰੀਕਾ ਹੈ ਉਹ ਇਸ ਦੇ ਵਿਰੁੱਧ ਆਪਣੀ ਸੈਨਿਕ ਸ਼ਕਤੀ ਦਾ ਵਿਸਥਾਰ ਹੈ ਜਿਹੜਾ ਉਹ ਕਰਦਾ ਰਹਿੰਦਾ ਹੈ। ਅਤੇ ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਤਾਂ ਸੈਨਿਕ ਸ਼ਕਤੀ ਵਿਸ਼ੇਸ਼ ਕਰਕੇ ਪਰਮਾਣੂ ਸ਼ਕਤੀ ਨੂੰ ਵਧਾਉਣ ਦੀ ਲੋੜ ਸੋਵੀਅਤ ਸੰਘ ਨੂੰ ਉਸ ਸਮੇਂ ਮਹਿਸੂਸ ਹੋਈ ਜਦੋਂ ਅਮਰੀਕਾ ਨੇ ਜਾਪਾਨ ਦੇ 2 ਜਿਹੜੇ ਸ਼ਹਿਰ ਨੇ ਉਹਨਾਂ 'ਤੇ ਪਰਮਾਣੂ ਬੰਬ ਸੁੱਟ ਦਿੱਤਾ ਸੀ। ਤਾਂ ਇਸ ਦੇ ਵਿਰੋਧ ਦੇ ਵਿੱਚ ਸੋਵੀਅਤ ਸੰਘ ਨੇ ਆਪਣੀ ਸ਼ਕਤੀ ਹੈ ਜਿਹੜੀ ਉਹ ਵਧਾਉਣੀ ਸ਼ੁਰੂ ਕੀਤੀ। ਤਾਂ ਦੂਸਰਾ ਕੀ ਹੈ, ਇਹਨਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਨੇ ਦੋਨੇ ਜਿਹੜੇ ਗੁੱਟ ਨੇ ਉਹ ਅਲੱਗ-ਅਲੱਗ ਨੇ। ਤਾਂ ਜਿਹੜਾ ਆਪਣਾ ਸੰਯੁਕਤ ਰਾਜ ਅਮਰੀਕਾ ਹੈ ਪੱਛਮੀ ਦੇਸ਼, ਤਾਂ ਉਹਦੀ ਜਿਹੜੀ ਵਿਚਾਰਧਾਰਾ ਉਹ ਪੂੰਜੀਵਾਦ ਹੈ, ਜਦ ਕਿ ਸੋਵੀਅਤ ਸੰਘ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਮਾਜਵਾਦੀ ਹੈ। ਤਾਂ ਇਸ ਕਾਰਨ ਇਹਨਾਂ ਦੇ ਜਿਹੜੇ ਨੇਤਾ ਨੇ ਤਾਂ ਉਹਨਾਂ ਦੇ ਵਿੱਚ ਆਪਸੀ ਜਿਹੜਾ ਅਵਿਸ਼ਵਾਸ, ਬੇਭਰੋਸਗੀ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ। ਤਾਂ ਜਿਸ ਕਾਰਨ ਇਹਨਾਂ ਦੋਨਾਂ ਗੁੱਟਾਂ ਦੇ ਵਿੱਚ ਵਿਰੋਧਤਾ ਚੱਲਦੀ ਹੈ। ਤਾਂ ਦੂਸਰਾ ਚੌਥੀ ਧਾਰਨਾ ਕੀ ਹੈ ਕਿ ਸੋਵੀਅਤ ਸੰਘ ਨੂੰ ਇਹ ਵੱਡਾ ਸ਼ਿਕਵਾ ਸੀ ਕਿ ਪੱਛਮੀ ਸ਼ਕਤੀਆਂ ਸਾਰੇ ਸਮਾਜਵਾਦੀ ਅੰਦੋਲਨਾਂ ਨੂੰ ਵਿਨਾਸ਼ਕਾਰੀ ਸਰੂਪ ਦੇ ਅੰਦੋਲਨ ਕਹਿੰਦੇ ਨੇ। ਭਾਵ ਕਿ ਜਿਹੜੀਆਂ ਪੂੰਜੀਵਾਦੀ ਵਿਚਾਰਧਾਰਾ ਵਾਲੇ ਦੇਸ਼ ਨੇ ਕਹਿੰਦੇ ਉਹ ਸਮਾਜਵਾਦੀ ਜਿਹੜੀ ਅੰਦੋਲਨ ਨੇ ਉਹਨਾਂ ਨੂੰ ਵਿਨਾਸ਼ਕਾਰੀ ਦਾ ਸਰੂਪ ਦਿੰਦੇ ਨੇ, ਜਿਸ ਦੇ ਕਾਰਨ ਉਹ ਚਾਹੁੰਦੇ ਨੇ ਕਿ ਇਸ ਸਮਾਜਵਾਦ ਦਾ ਜਿਹੜਾ ਪ੍ਰਸਾਰ ਹੈ ਇਸ ਨੂੰ ਰੋਕਿਆ ਜਾਵੇ, ਕਿਉਂਕਿ ਪੂੰਜੀਵਾਦ ਜਿਹੜੇ ਦੇਸ਼ ਨੇ ਉਹਨਾਂ ਨੂੰ ਇਸ ਚੀਜ਼ ਤੋਂ ਖਤਰਾ ਹੈ। ਤਾਂ ਇਸ ਕਾਰਨ ਇਹ ਯੁੱਧ ਹੈ ਜਿਹੜਾ ਉਹ ਲਗਾਤਾਰ ਚੱਲਦਾ ਰਹਿੰਦਾ। ਚੌਥੀ ਧਾਰਨਾ ਕੀ ਹੈ ਕਿ ਇਸ ਦੇ ਵਿੱਚ ਜਿਹੜੇ ਇੱਕ ਅਜਿਹਾ ਸੰਘਰਸ਼ ਸੀ ਜਿਹੜਾ ਸੁਤੰਤਰਤਾ ਅਤੇ ਨਿਰੰਕੁਸ਼ਤਾ ਦੇ ਵਿੱਚ ਆਪਸੀ ਜਿਹੜਾ ਯੁੱਧ ਸੀ, ਜਿਸ ਦੇ ਕਾਰਨ ਇਹ ਦੋ ਵਿਚਾਰਧਾਰਾਵਾਂ ਦੇ ਵਿੱਚ ਇਹ ਯੁੱਧ ਆਪਸੀ ਹੈ ਜਿਹੜਾ ਉਹ ਚੱਲਦਾ ਰਹਿੰਦਾ। ਨੈਕਸਟ ਹੈਗਾ ਪਰਸਪਰ ਵਿਰੋਧਤਾ ਦਾ ਸਿੱਟਾ, ਕਿ ਕੁਝ ਵਿਚਾਰਕਾਂ ਦਾ ਇਹ ਮਤ ਹੈ ਕਿ ਯੁੱਧ ਦੋਨੋਂ ਸ਼ਕਤੀ ਗੁੱਟਾਂ ਦੀ ਆਪਸੀ ਬੇਭਰੋਸਗੀ ਹੈ, ਕਿਉਂਕਿ ਇਹ ਯੁੱਧ ਹੈ ਜਿਹੜਾ ਉਹ ਆਪਾਂ ਗੱਲ ਕੀਤੀ ਹੈ ਕਿ ਇਹ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ ਖੇਡਿਆ ਜਾਂਦਾ, ਸਗੋਂ ਇਹ ਯੁੱਧ ਮਨੁੱਖ ਦੇ ਦਿਮਾਗਾਂ ਦੇ ਵਿੱਚ ਖੇਡਿਆ ਜਾਂਦਾ ਹੈ। ਤਾਂ ਜਿਹੜੀਆਂ ਦੋਨੋਂ ਇਹ ਪੂੰਜੀਵਾਦ ਅਤੇ ਸਮਾਜਵਾਦੀ ਦੇਸ਼ ਨੇ ਤਾਂ ਇਹ ਇੱਕ ਦੂਜੇ ਦੇ ਵਿਰੁੱਧ ਜਿਹੜੇ ਭਾਸ਼ਣ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਵਿਰੋਧਤਾ ਅੰਦੋਲਨੀ ਸੁਰ ਹੈ ਜਿਹੜੀ ਉਸ ਦੇ ਵਿੱਚ ਵਰਤੀ ਜਾਂਦੀ ਹੈ, ਜਿਸ ਦੇ ਕਾਰਨ ਇਹ ਜਿਹੜਾ ਯੁੱਧ ਹੈ ਉਹ ਲੱਗ ਜਾਂਦਾ। ਕਿਉਂਕਿ ਜਦੋਂ ਕੋਈ ਇੱਕ ਧਿਰ ਦੂਜੀ ਧਿਰ ਦੇ ਵਿਰੁੱਧ ਕੋਈ ਸਖਤ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਜਿਹੜਾ ਦੂਸਰਾ ਦੇਸ਼ ਹੈ ਉਹ ਵੀ ਉਸ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੁੰਦੇ ਨੇ। ਤਾਂ ਇਸ ਕਾਰਨ ਦੋਨੋਂ ਜਿਹੜੇ ਯੁੱਧ ਨੇ ਉਹ ਚੱਲਦੇ, ਦੋਨੋਂ ਦੇਸ਼ਾਂ ਦੇ ਆਪਸੀ ਯੁੱਧ ਚੱਲਦੇ ਰਹਿੰਦੇ ਨੇ। ਯੁੱਧ ਲੜਨ ਲਈ ਹਥਿਆਰਾਂ ਦੀ ਨਹੀਂ ਸਗੋਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਤਾਂ ਆਪਾਂ ਡੈਫੀਨੇਸ਼ਨ ਕੀਤੀ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਿ ਇਹ ਯੁੱਧ ਹੈ ਜਿਹੜਾ ਉਹ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ, ਸਗੋਂ ਮਨੁੱਖ ਦੇ ਦਿਮਾਗਾਂ ਦੇ ਵਿੱਚ
ਚੱਲਦਾ ਹੈ। ਅਤੇ ਇਸ ਤੋਂ ਇਲਾਵਾ ਕਹਿੰਦੇ ਜਿਵੇਂ ਕਿ ਇੱਕ ਬੱਦਲਵਾਈ ਜਦੋਂ ਹੋ ਜਾਂਦੀ ਹੈ ਤਾਂ ਉਸ ਵੇਲੇ ਸੰਭਾਵਨਾ ਹੁੰਦੀ ਹੈ ਕਿ ਸ਼ਾਇਦ ਮੀਂਹ ਪਵੇਗਾ, ਪਰ ਕਈ ਵਾਰ ਇਹ ਹੁੰਦਾ ਹੈ ਕਿ ਬੱਦਲ ਨੇ ਜਿਹੜੇ ਉਹ ਗਰਜ ਕੇ ਚਲੇ ਜਾਂਦੇ ਨੇ, ਮੀਂਹ ਨਹੀਂ ਪੈਂਦਾ। ਤਾਂ ਇਸ ਤਰ੍ਹਾਂ ਕਹਿੰਦੇ ਇਹ ਯੁੱਧ ਹੈ ਜਿਹੜਾ ਇਸੇ ਤਰ੍ਹਾਂ ਯੁੱਧ ਨਹੀਂ ਹੋਇਆ, ਪਰ ਯੁੱਧ ਵਾਲੇ ਜਿਹੜੇ ਹਾਲਾਤ ਨੇ ਉਹ ਬਣੇ ਰਹੇ। ਤਾਂ ਇਸ ਤਰ੍ਹਾਂ ਦੋਨੋਂ ਦੇਸ਼ਾਂ ਦੇ ਜਿਹੜੇ ਨੇਤਾ ਨੇ ਉਹ ਆਪਣੀ ਆਪਣੀ ਸ਼ਕਤੀ ਨੂੰ ਵਧਾਉਣ ਦੇ ਵਿੱਚ ਲੱਗੇ ਰਹੇ। ਯੁੱਧ ਸ਼ਬਦ ਦੀ ਕਠੋਰ ਵਿਆਖਿਆ ਦੇ ਪ੍ਰਸੰਗ ਵਿੱਚ ਸ਼ੀਤ ਯੁੱਧ ਯੁੱਧ ਨਹੀਂ ਸੀ। ਕਹਿੰਦੇ ਵਿਸ਼ਵ ਦੇ ਵਿੱਚ ਜਿੰਨੇ ਵੀ ਯੁੱਧ ਹੋਏ ਨੇ ਤਾਂ ਉਹਨਾਂ ਦੇ ਆਰੰਭ ਹੋਣ ਦੀ ਅਤੇ ਉਹਨਾਂ ਦਾ ਅੰਤ ਹੋਣ ਦੀ ਜਿਹੜੀ ਕੋਈ ਨਾ ਕੋਈ ਮਿਤੀ ਹੈ ਉਹ ਘੋਸ਼ਿਤ ਕੀਤੀ ਗਈ ਹੈ। ਜਿਵੇਂ ਅਸੀਂ ਫਸਟ ਵਰਲਡ ਵਾਰ ਜਾਂ ਸੈਕਿੰਡ ਵਰਲਡ ਵਾਰ ਵੀ ਉਹ ਕਦੋਂ ਯੁੱਧ ਸ਼ੁਰੂ ਹੋਇਆ ਅਤੇ ਕਦੋਂ ਉਸ ਦਾ ਅੰਤ ਹੋਇਆ। ਪਰ ਕਹਿੰਦੇ ਜਿਹੜਾ ਇਹ ਸ਼ੀਤ ਯੁੱਧ ਹੈ ਇਸ ਦੇ ਵਿੱਚ ਕਹਿੰਦੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿਹੜਾ ਇਹ ਯੁੱਧ ਕਦੋਂ ਲੱਗਿਆ, ਕਿੰਨੇ ਸਾਲ ਨੂੰ ਹੋਇਆ, ਕਿਹੜੀ ਮਿਤੀ ਨੂੰ ਹੋਇਆ, ਅਤੇ ਇਸ ਦੇ ਵਿੱਚ ਜਿਹੜਾ ਕਿਹੜਾ ਦੇਸ਼ ਹੈ ਜਿਹੜਾ ਉਹ ਜੇਤੂ ਰਿਹਾ। ਕਹਿੰਦੇ ਇਸ ਯੁੱਧ ਦੇ ਵਿੱਚ ਨਾ ਤਾਂ ਕੋਈ ਹਮਲਾਵਰ ਸੀ ਅਤੇ ਨਾ ਹੀ ਕੋਈ ਹਮਲੇ ਦਾ ਸ਼ਿਕਾਰ ਸੀ। ਗਰਮ ਯੁੱਧ ਹਥਿਆਰਾਂ ਨਾਲ ਲੜੇ ਜਾਂਦੇ ਨੇ ਅਤੇ ਸ਼ਾਂਤੀ ਜਿਹੜੀਆਂ ਸੰਧੀਆਂ ਨੇ ਉਹਨਾਂ ਦੇ ਨਾਲ ਖਤਮ ਹੋ ਜਾਂਦੇ ਨੇ। ਪਰ ਇਹ ਜਿਹੜਾ ਯੁੱਧ ਹੈ ਇਹ ਨਾ ਤਾਂ ਸ਼ੁਰੂ ਹੀ ਹੋਇਆ ਅਤੇ ਨਾ ਹੀ ਇਸ ਦਾ ਅੰਤ ਹੋਇਆ, ਪਰ ਯੁੱਧ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਬਣੇ ਰਹੇ। ਨੈਕਸਟ ਹੈਗਾ ਇੱਕ ਬਹੁਪੱਖੀ ਤਣਾਅ। ਸ਼ੀਤ ਯੁੱਧ ਇੱਕ ਬਹੁਪੱਖੀ ਤਣਾਅ ਜਾਂ ਵਿਰੋਧਤਾ ਵਾਲੀ ਘਟਨਾ ਹੈ। ਇਸ ਦੇ ਵਿੱਚ ਕੀ ਹੈ, ਇੱਕ ਪਾਸੇ ਸੰਯੁਕਤ ਰਾਜ ਅਮਰੀਕਾ ਹੈ ਅਤੇ ਦੂਜੇ ਪਾਸੇ ਜਿਹੜਾ ਸਮਾਜਵਾਦੀ ਦੇਸ਼ ਸੋਵੀਅਤ ਸੰਘ ਹੈ। ਤਾਂ ਜਿਹੜੇ ਇਹ ਯੁੱਧ ਹੈ ਦੋ ਗੁੱਟਾਂ ਦੇ ਵਿਚਕਾਰ ਲੜਿਆ ਜਾਂਦਾ ਹੈ। ਤਾਂ ਇਸ ਦੇ ਵਿੱਚ ਦੋਨੋਂ ਜਿਹੜੇ ਗੁੱਟ ਨੇ ਆਪਣੀਆਂ ਸ਼ਕਤੀਆਂ ਵਧਾਉਣ ਦੇ ਲਈ ਆਪਣੇ ਨਾਲ ਛੋਟੇ ਦੇਸ਼ਾਂ ਨੂੰ ਜੋੜ ਕੇ ਆਪਣੀ ਪ੍ਰਮੁੱਖਤਾ ਕਾਇਮ ਕਰਨ ਦੇ ਲਈ ਆਪਣੀ ਸ਼ਕਤੀ ਵਧਾਉਣ ਦੇ ਵਿੱਚ ਲੱਗੇ ਰਹੇ। ਤਾਂ ਜਿਹੜੇ ਪੂੰਜੀਵਾਦ ਪ੍ਰਣਾਲੀ ਨਾਲ ਸੰਬੰਧਿਤ ਜਿਹੜੇ ਰਾਜ ਨੇ ਉਹਨਾਂ ਨੇ ਆਪਣੇ ਸਮਰਥਕ ਦੀ ਸ਼ਕਤੀ ਦੇ ਵਿੱਚ ਵਾਧਾ ਕੀਤਾ ਅਤੇ ਜਿਹੜੇ ਸੋਵੀਅਤ ਸੰਘ ਨਾਲ ਉਹ ਰਾਜ ਲੱਗੇ ਜਿਹੜੇ ਸਮਾਜਵਾਦੀ ਦੇ ਸਮਰਥਨ ਦੇ ਵਿੱਚ ਸੀ। ਤਾਂ ਇੱਕ ਬਹੁਪੱਖੀ ਤਣਾਅ ਹੈ ਜਿਨ੍ਹਾਂ ਦੋਨੋਂ ਜਿਹੜੇ ਰਾਜ ਨੇ ਉਹ ਇੱਕ ਦੂਜੇ ਨੂੰ ਪਛਾੜਨ ਦੇ ਵਿੱਚ ਲੱਗੇ ਰਹੇ। ਨੈਕਸਟ ਹੈਗਾ ਸ਼ੀਤ ਯੁੱਧ ਦਾ ਸਮਾਂ, ਨਾ ਸ਼ਾਂਤੀ ਦਾ ਸਮਾਂ ਨਾ ਯੁੱਧ ਦਾ ਸਮਾਂ। ਤਾਂ ਕਹਿੰਦੇ ਸ਼ੀਤ ਯੁੱਧ ਨੂੰ ਅਜਿਹਾ ਯੁੱਧ ਹੈ ਜੋ ਕਿ ਦੋ ਵਿਚਾਰਧਾਰਾਵਾਂ, ਦੋ ਵੱਡੇ ਰਾਜਾਂ ਦੇ ਵਿੱਚ ਅਭਿਆਸ ਦਾ ਮੁਕਾਬਲਾ ਕਰਨ ਵਾਲਾ ਯੁੱਧ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਨਿਰੰਤਰ ਚਾਲਾਂ ਵੀ ਚੱਲੀਆਂ ਜਾ ਰਹੀਆਂ ਨੇ ਅਤੇ ਵਿਰੋਧੀ ਚਾਲਾਂ ਦੀ ਭਰਮਾਰ ਹੈ। ਤਾਂ ਇਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਸ਼ੀਤ ਯੁੱਧ ਹੈ ਤਾਂ ਇਹ ਅਜਿਹਾ ਯੁੱਧ ਹੈ ਜਿਸ ਦੇ ਵਿੱਚ ਅਸਲ ਦੇ ਵਿੱਚ ਯੁੱਧ ਜਿਹੜਾ ਨਹੀਂ ਹੁੰਦਾ, ਸਗੋਂ ਸ਼ੀਤ ਯੁੱਧ ਸਥਿਤੀ ਦਾ ਨਾਮ ਸੀ ਜੋ ਇਤਿਹਾਸ ਦੇ ਕਿਸੇ ਵਿਸ਼ੇਸ਼ ਕਾਲ ਦੇ ਵਿੱਚ ਮਨੁੱਖਤਾ ਦੇ ਸਾਹਮਣੇ ਉਤਪੰਨ ਹੋਈ। ਪਰ ਜੋ ਅਜਿਹੀ ਸਥਿਤੀ ਸੀ ਜਿਸ ਦੇ ਵਿੱਚ ਪਰੰਪਰਾਵਾਦੀ ਵਿਧੀਆਂ ਦੁਆਰਾ ਸਾਹਮਣਾ ਕਰਨਾ ਸੰਭਵ ਨਹੀਂ ਸੀ। ਤਾਂ ਸ਼ੀਤ ਯੁੱਧ ਹੈ ਜਿਹੜਾ ਉਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਵਸਿਆ ਹੋਇਆ ਸੀ। ਤਾਂ ਦੋਨੋਂ ਜਿਹੜੇ ਗੁੱਟ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ, ਉਹਨਾਂ ਰਾਜਾਂ ਦੇ ਜਿਹੜੇ ਨੇਤਾ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਛਾੜਨ ਦੇ ਵਿੱਚ ਲੱਗੇ ਰਹਿੰਦੇ ਸੀ। ਤਾਂ ਨੈਕਸਟ ਹੈ ਕਿਸੇ ਵਿਸ਼ੇਸ਼ ਕਾਲ ਦੇ ਦੌਰਾਨ ਕਿਸੇ ਵਿਸ਼ੇਸ਼ ਸਥਿਤੀ ਦਾ ਪ੍ਰਤੀਕ ਸ਼ੀਤ ਯੁੱਧ। ਸ਼ੀਤ ਯੁੱਧ ਸ਼ਬਦ ਉਸ ਸਥਿਤੀ ਨੂੰ ਵਰਣਨ ਕਰਦਾ ਹੈ ਜਿਸ ਦੇ ਵਿੱਚ ਅਸਲ ਦੇ ਵਿੱਚ ਸ਼ੀਤ ਯੁੱਧ ਹੈ ਜਿਹੜਾ ਯੁੱਧ ਹੈ ਉਹ ਨਹੀਂ ਹੁੰਦਾ, ਪਰ ਯੁੱਧ ਵਰਗਾ ਵਾਤਾਵਰਨ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ। ਤਾਂ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦੇ ਇਹ ਇੱਕ ਦਿਮਾਗੀ ਯੁੱਧ ਹੈ, ਇਹ ਉਹਨਾਂ ਦੀਆਂ ਨਸਾਂ ਦਾ ਯੁੱਧ ਸੀ, ਇਹ ਪ੍ਰਚਾਰ ਦਾ ਯੁੱਧ ਸੀ। ਤਾਂ ਫਲੇਮਿੰਗ ਨੇ ਇਸ ਦੀ ਪਰਿਭਾਸ਼ਾ ਦਿੱਤੀ, ਕਹਿੰਦੇ ਇੱਕ ਅਜਿਹਾ ਯੁੱਧ ਹੈ ਜੋ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ ਲੜਿਆ ਗਿਆ, ਸਗੋਂ ਲੋਕਾਂ ਦੇ ਮਨਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਲੜਿਆ ਗਿਆ। ਜਿਹੜੇ ਦੋਨੋਂ ਗੁੱਟ ਨੇ ਉਹ ਇੱਕ ਦੂਜੇ 'ਤੇ ਆਪਣੀ ਸ਼ਕਤੀ ਦੁਆਰਾ ਪ੍ਰਭਾਵ ਪਾਉਣਾ ਚਾਹੁੰਦੇ ਸੀ। ਤਾਂ ਇਹ ਦੋ ਵਿਚਾਰਧਾਰਾਵਾਂ ਦਾ ਆਪਸੀ ਜਿਹੜਾ ਤਣਾਅ ਸੀ, ਇੱਕ ਪਾਸੇ ਸਮਾਜਵਾਦੀ ਵਿਚਾਰਧਾਰਾ ਸੀ ਅਤੇ ਦੂਜੇ ਪਾਸੇ ਪੂੰਜੀਵਾਦੀ ਵਿਚਾਰਧਾਰਾ ਸੀ। ਸ਼ੀਤ ਯੁੱਧ ਦਾ ਵਾਤਾਵਰਨ ਬਣਾਈ ਰੱਖਣ ਲਈ ਅਤੇ ਸਮਰਥਕ ਦੇਸ਼ਾਂ ਨੇ ਆਪਣੇ ਨਾਲ ਰੱਖਣ ਲਈ ਸ਼ਕਤੀ ਗੁੱਟਾਂ ਦੇ ਆਗੂਆਂ ਨੇ ਆਪਣੇ ਸਮਰਥਕ ਦੇਸ਼ਾਂ ਨੂੰ ਆਰਥਿਕ ਤੇ ਸੈਨਿਕ ਸਹਾਇਤਾ ਦੇਣ ਦੇ ਸਾਧਨਾਂ ਦੀ ਵਰਤੋਂ ਕੀਤੀ।
ਤਾਂ ਦੋਨੋਂ ਮਹਾਨ ਸ਼ਕਤੀਆਂ ਨੇ ਇੱਕ ਦੂਜੇ ਦੇ ਵਿਰੁੱਧ ਕਾਰਵਾਈਆਂ ਕਰਨ ਦੇ ਵਿੱਚ ਆਪਣੀ ਸ਼ਕਤੀ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਸੀ। ਤਾਂ ਇਸ ਤਰ੍ਹਾਂ ਇਹ ਆਪਣੇ ਸਮਰਥਕ ਦੇਸ਼ਾਂ ਨੂੰ ਆਰਥਿਕ ਸਹਾਇਤਾ ਦਿੰਦੇ ਸੀ, ਜਿਸ ਦੇ ਨਾਲ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੀ ਸੈਨਿਕ ਸ਼ਕਤੀ ਹੈ ਉਹ ਪ੍ਰਾਪਤ ਹੋ ਜਾਵੇ। ਵੱਡੀਆਂ ਤਾਕਤਾਂ ਦੁਆਰਾ ਛੋਟੀਆਂ ਅਤੇ ਕਮਜ਼ੋਰ ਰਾਸ਼ਟਰਾਂ ਦੀ ਧਰਤੀ ਸ਼ੀਤ ਯੁੱਧ ਲਈ ਵਰਤਣੀ। ਤਾਂ ਇਸ ਤਰ੍ਹਾਂ ਜਿਹੜੇ ਇਹ ਵੱਡੇ ਗੁੱਟ ਨੇ ਉਹ ਆਪਣੇ ਨਾਲ ਛੋਟੇ ਰਾਜਾਂ ਨੂੰ ਲਾ ਕੇ ਛੋਟੇ ਰਾਜਾਂ ਨੂੰ ਦੋ ਸੈਨਿਕ ਸਹਾਇਤਾ ਅਤੇ ਉਹਨਾਂ ਤੋਂ ਆਰਥਿਕ ਸਹਾਇਤਾ ਲੈ ਕੇ ਆਪਣਾ ਯੁੱਧ ਹੈ ਜਿਹੜਾ ਉਹ। ਤਾਂ ਜਿਹੜੇ ਇਹ ਗੁੱਟ ਸੀ ਤਾਂ ਜਦੋਂ ਵੀ ਕੋਈ ਜੇ ਯੁੱਧ ਹੁੰਦਾ ਸੀ ਤਾਂ ਇਹਨਾਂ ਦੀ ਜਿਹੜੀ ਮਨਸ਼ਾ ਇਹ ਸੀ ਕਿ ਸਾਡੇ ਦੇਸ਼ ਦੇ ਵਿੱਚ ਇਹ ਯੁੱਧ ਨਾ ਲੜਿਆ ਜਾਵੇ, ਸਗੋਂ ਇਸ ਦਾ ਜਿਹੜਾ ਨਿਸ਼ਾਨਾ ਹੈ ਉਹ ਕਿਸੇ ਕਮਜ਼ੋਰ ਦੇਸ਼ ਨੂੰ ਬਣਾਇਆ ਜਾਂਦਾ ਸੀ। ਤਾਂ ਦੋਨੋਂ ਦੇਸ਼ ਨੇ ਜਿਹੜੇ ਉਹ ਇਸ ਦੀ ਹੋੜ ਦੇ ਵਿੱਚ ਲੱਗੇ ਰਹਿੰਦੇ ਸੀ ਕਿ ਜੇ ਯੁੱਧ ਹੋਇਆ ਤਾਂ ਉਸ ਦਾ ਜਿਹੜਾ ਖੇਤਰ ਹੈ ਉਹ ਸੋਵੀਅਤ ਸੰਘ ਜਾਂ ਸੰਯੁਕਤ ਰਾਜ ਅਮਰੀਕਾ ਨਹੀਂ ਹੋਊਗਾ, ਸਗੋਂ ਉਸ ਦੇ ਜਿਹੜੇ ਸਮਰਥਕ ਛੋਟੇ ਰਾਜ ਨੇ ਉਹਨਾਂ ਦੇ ਵਿੱਚ ਇਹ ਯੁੱਧ ਹੈ ਜਿਹੜਾ ਉਹ ਲੜਿਆ ਜਾਊਗਾ। ਇੱਕ ਅਜਿਹਾ ਯੁੱਧ ਜੋ ਯੁੱਧ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਤੋਂ ਵੰਚਿਤ ਸੀ। ਤਾਂ ਸ਼ੀਤ ਯੁੱਧ ਨੂੰ ਯੁੱਧ ਕਹਿਣਾ ਯੁੱਧ ਦੀ ਧਾਰਨਾ ਦਾ ਅਪਮਾਨ ਕਰਨਾ ਹੈ, ਕਿਉਂਕਿ ਆਪਾਂ ਹੁਣ ਤੱਕ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਅਸਲ ਦੇ ਵਿੱਚ ਯੁੱਧ ਲੜੇ ਜਾਂਦੇ ਨੇ ਤਾਂ ਉਹਨਾਂ ਦੀ ਕੋਈ ਨਾ ਕੋਈ ਇਤਿਹਾਸਕ ਮਿਤੀ ਹੁੰਦੀ ਹੈ, ਕੋਈ ਨਾ ਕੋਈ ਸਥਾਨ ਹੁੰਦਾ ਜਿੱਥੇ ਇਹ ਯੁੱਧ ਲੜਿਆ ਜਾਂਦਾ ਹੈ। ਤਾਂ ਉਸ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸੈਨਿਕ ਕਾਰਵਾਈਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਪਰ ਸ਼ੀਤ ਯੁੱਧ ਇੱਕ ਅਜਿਹਾ ਯੁੱਧ ਹੈ ਜੋ ਦੋ ਵਿਚਾਰਧਾਰਾਵਾਂ ਦਾ ਆਪਸੀ ਦਿਮਾਗੀ ਯੁੱਧ ਸੀ। ਇਸ ਦੀ ਕੋਈ ਨਿਸ਼ਚਿਤ ਮਿਤੀ ਜਾਂ ਨਿਸ਼ਚਿਤ ਸਥਾਨ ਹੈ ਜਿਹੜਾ ਉਹ ਨਹੀਂ ਸੀ। ਕਹਿੰਦੇ ਅਸਲ ਦੇ ਵਿੱਚ ਜਦੋਂ ਕੋਈ ਦੇਸ਼ ਦੂਸਰੇ ਦੇਸ਼ ਦੇ ਵਿਰੁੱਧ ਯੁੱਧ ਲੜਦਾ ਹੈ ਤਾਂ ਕੀ ਹੈ ਉਹ ਇੱਕ ਦੂਜੇ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਜਿਹੜੇ ਮੰਨੇ ਜਾਂਦੇ ਨੇ। ਪਰ ਕਹਿੰਦੇ ਸ਼ੀਤ ਯੁੱਧ ਇੱਕ ਅਜਿਹਾ ਯੁੱਧ ਹੈ ਜਿਸ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਕਿ ਉਹਨਾਂ ਰਾਜਾਂ ਦੇ ਵਿੱਚੋਂ ਇਹਨਾਂ ਰਾਜਾਂ ਦਾ ਜਿਹੜਾ ਕਿਹੜਾ ਦੁਸ਼ਮਣ ਦੇਸ਼ ਹੈ। ਤਾਂ ਕਹਿੰਦੇ ਜਦੋਂ ਵੀ ਕੋਈ ਨਾ ਕੋਈ ਯੁੱਧ ਲੜਿਆ ਜਾਂਦਾ ਹੈ ਤਾਂ ਉਸ ਯੁੱਧ ਦੀ ਘੋਸ਼ਣਾ ਕੀਤੀ ਜਾਂਦੀ ਹੈ, ਉਸ ਦੇ ਅਨੁਸਾਰ ਹੀ ਸੈਨਿਕ ਕਾਰਵਾਈਆਂ ਹੁੰਦੀਆਂ ਨੇ। ਤਾਂ ਜਿਹੜੀ ਅਸੈਨਿਕ ਜਿਹੜੀਆਂ ਹੁੰਦੇ ਨੇ ਉਹਨਾਂ ਨੂੰ ਉਹਦੇ ਵਿੱਚ ਨਹੀਂ ਸ਼ਾਮਲ ਕੀਤਾ ਜਾਂਦਾ, ਆਮ ਬਸ ਉਹਨੂੰ ਯੁੱਧ ਦੇ ਵਿੱਚ ਨਹੀਂ ਸ਼ਾਮਲ ਕੀਤਾ ਜਾਂਦਾ। ਤਾਂ ਜਿਹੜੇ ਯੁੱਧ ਨੇ ਉਹ ਕਿਸੇ ਨਾ ਕਿਸੇ ਰੂਲ ਰੈਗੂਲੇਸ਼ਨ ਦੇ ਅੰਡਰ ਚੱਲਦੇ ਨੇ। ਤਾਂ ਇਸ ਤਰ੍ਹਾਂ ਕਹਿੰਦੇ ਇਹ ਜਿਹੜੀਆਂ ਸੈਨਿਕ ਕਾਰਵਾਈਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਪਰ ਸ਼ੀਤ ਯੁੱਧ ਹੈ ਜਿਹੜਾ ਉਹ ਇਹਦੇ ਵਿੱਚ ਕੀ ਹੈ ਯੁੱਧ ਦੀ ਸਥਿਤੀ ਬਣੀ ਰਹਿੰਦੀ ਹੈ ਪਰ ਅਸਲ ਦੇ ਵਿੱਚ ਯੁੱਧ ਨਹੀਂ ਹੁੰਦਾ। ਤਾਂ ਇਹ ਜਿਹੜਾ ਹੈਗਾ ਉਹ 1945 ਤੋਂ ਲੈ ਕੇ 1991 ਤੱਕ ਜਿਹੜਾ ਇਹ ਯੁੱਧ ਹੈ ਉਹ ਚੱਲਦਾ ਰਹਿੰਦਾ। ਤਾਂ ਇਸ ਦੀ ਕੋਈ ਸਾਨੂੰ ਇਤਿਹਾਸਕ ਮਿਤੀ ਨਹੀਂ ਮਿਲਦੀ। ਤਾਂ ਇਹ ਸਭ ਜਿਹੜਾ ਹੈ ਅਮਰੀਕਾ ਅਤੇ ਸੋਵੀਅਤ ਸੰਘ ਦੇ ਸ਼ੀਤ ਯੁੱਧ ਦੇ ਆਰੰਭ ਦੇ ਤੱਥ ਨੂੰ ਇੱਕ ਪਾਸੇ ਛੱਡਿਆ, ਅਜੇ ਤੱਕ ਉਹ ਅਖੀਰੀ ਫੈਸਲਾ ਨਹੀਂ ਹੋ ਸਕਿਆ ਕਿ ਜਿਹੜਾ ਸ਼ੀਤ ਯੁੱਧ ਦੇ ਸ਼ਬਦ ਇਤਿਹਾਸ ਦੇ ਕਿਹੜੇ ਯੁੱਧ ਵਿੱਚ ਅਤੇ ਕਿਹੜੇ ਵਿਅਕਤੀ ਦੁਆਰਾ ਵਰਤੇ ਗਏ ਸੀ। ਤਾਂ ਇਸ ਸੰਬੰਧੀ ਅੱਜ ਤੱਕ ਨਹੀਂ ਮੰਨਿਆ ਗਿਆ। ਤਾਂ ਇੱਕ ਜਿਹੜਾ ਹਾਵਸ ਸਮਝੌਤਾਵਾਦੀ ਸਿਧਾਂਤ ਦਾ ਸਮਰਥਕ ਹੈ ਉਹ ਕਹਿੰਦੇ ਖਰਾਬ ਮੌਸਮ ਨਾ ਦੇਣ ਦਾ ਪ੍ਰਸ਼ਨ ਸਾਨੂੰ। ਤਾਂ ਕਹਿੰਦੇ ਖਰਾਬ ਮੌਸਮ ਕੇਵਲ ਉਸ ਸਮੇਂ ਨੂੰ ਹੀ ਮੰਨਿਆ ਜਾਂਦਾ ਜਿਸ ਸਮੇਂ ਬਾਰਿਸ਼ ਜ਼ੋਰਦਾਰ ਰੂਪ ਦੇ ਵਿੱਚ ਹੁੰਦੀ ਹੈ। ਪਰ ਕਹਿੰਦੇ ਜਦੋਂ ਬੱਦਲ ਗਰਜ ਰਹੇ ਹੁੰਦੇ ਨੇ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਸ ਸਮੇਂ ਬੱਦਲ ਮੀਂਹ ਹੈ ਜਿਹੜਾ ਉਹ ਆਵੇ ਜਾਂ ਵਰਨ ਦੀ ਸੰਭਾਵਨਾ ਹੋਵੇ, ਕਿਉਂਕਿ ਬੱਦਲ ਕਈ ਵਾਰ ਗਰਜ ਕੇ ਹੀ ਚਲੇ ਜਾਂਦੇ ਨੇ। ਤਾਂ ਇਸ ਤਰ੍ਹਾਂ ਇਸ ਚੀਜ਼ ਦੇ ਵਿੱਚ ਜਿਹੜਾ ਯੁੱਧ ਹੈ ਉਹ ਨਹੀਂ ਹੁੰਦਾ, ਸਗੋਂ ਯੁੱਧ ਵਰਗਾ ਮਾਹੌਲ ਹੈ ਜਿਹੜਾ ਉਹ ਐਂਡ ਤੱਕ ਬਣਿਆ ਰਹਿੰਦਾ। ਤਾਂ ਇਹ ਸੀਗੇ ਇਹਦੀਆਂ ਸ਼ੀਤ ਯੁੱਧ ਦੀਆਂ ਵਿਸ਼ੇਸ਼ਤਾਵਾਂ। ਅੱਗੇ ਆਪਾਂ ਕਰਾਂਗੇ ਵੇਸਸ ਆਫ ਕੋਲਡ ਵਾਰ। ਥੈਂਕ ਯੂ।